ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਕ 1194। ਜੋਇ ਖਸਮ ਹੈ ਜਾਇਆ। ਇਸਤਰੀ ਨੇ ਖਸਮ ਨੂੰ ਜਨਮ ਦਿੱਤਾ ਹੈ, ਭਾਵ ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ। ਪੂਤ ਬਾਪ ਖਿਲਾਇਆ, ਮਨ ਪੁੱਤਰ ਨੇ ਪਿਓ ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ। ਬਿਨ ਸਰਵਣਾ ਖੀਰ ਪਿਲਾਇਆ, ਇਹ ਮਨ ਥਣਾ ਤੋਂ ਬਿਨਾਂ ਹੀ ਜੀਵਾਤਮਾ ਨੂੰ ਦੁੱਧ ਪਿਲਾ ਰਿਹਾ ਹੈ, ਭਾਵ ਨਾਸਵੰਤ ਪਦਾਰਥਾਂ ਦੇ ਸਵਾਦ ਵਿੱਚ ਪਾ ਰਿਹਾ ਹੈ। ਦੇਖੋ ਲੋਗਾ ਕਲ ਕੋ ਭਾਉ, ਹੇ ਲੋਕੋ ਵੇਖੋ ਕਲਯੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ, ਭਾਵ ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਓ ਪੈ ਰਿਹਾ ਹੈ। ਸੁਤ ਮੁਕਲਾਈ ਆਪਣੀ ਮਾਏ ਰਹਾਓ, ਮਨ ਰੂਪ ਪੁੱਤਰ ਨੇ ਆਪਣੀ ਮਾਂ ਮਾਇਆ ਨੂੰ ਵਿਆਹ ਲਿਆ ਹੈ। ਪੱਗਾ ਬਿਨ ਹੁਰੀਆ ਮਾਰਤਾ, ਇਹ ਮਨ ਦੇ ਕੋਈ ਪੈਰ ਨਹੀਂ ਹਨ ਪਰ ਛਾਲਾਂ ਮਾਰਦਾ ਫਿਰਦਾ ਹੈ। ਬਦਨੇ ਬਿਨ ਖਿਰਖਿਰ ਹੱਸਦਾ, ਇਸ ਦਾ ਮੂੰਹ ਨਹੀਂ ਹੈ ਪਰ ਖਿੜਖਿੜ ਹੱਸਦਾ ਫਿਰਦਾ ਹੈ। ਨਿੰਦਰਾ ਬਿਨ ਨਰ ਪੈ ਸੋਵੈ, ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ ਨੀਂਦ ਨਹੀਂ ਵਿਆਪ ਸਕਦੀ ਸੀ, ਪਰ ਕਲ ਦੇ ਭਾਵ ਵੇਖੋ ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ। ਬਿਨ ਵਾਸਨ ਖੀਰ ਬਿਲੋਵੈ, ਤੇ ਭਾਂਡੇ ਤੋਂ ਬਿਨਾਂ ਦੁੱਧ ਰਿੜਕ ਰਿਹਾ ਹੈ, ਭਾਵ ਸੇਖ ਚਿੱਲੀ ਵਾਂਗ ਘੜਦਾ ਰਹਿੰਦਾ ਹੈ। ਬਿਨ ਅਸਥਨ ਗਊ ਲਵੇਰੀ, ਇਸ ਮਾਇਆ ਰੂਪ ਗਾਂ ਪਾਸੋਂ ਸੁੱਖ ਤਾਂ ਨਹੀਂ ਮਿਲ ਸਕਦੇ, ਪਰ ਇਸ ਮਨ ਨੂੰ ਝੂਠੇ ਪਦਾਰਥਾਂ ਰੂਪ ਦੁੱਧ ਵਿੱਚ ਮੋਹ ਰਹੀ ਹੈ। ਪੈਡੇ ਬਿਨ ਬਾਟ ਕਨੇਰੀ, ਆਪਣੇ ਅਸਲੀ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ ਕਲ ਕੋ ਭਾਉ ਵੇਖੋ ਲੰਮੇ ਪੈਂਡੇ 84 ਦੇ ਗੇੜ ਵਿੱਚ ਪਿਆ ਹੋਇਆ ਹੈ। ਬਿਨ ਸਤਿਗੁਰ ਬਾਟ ਨਾ ਪਾਈ, ਸਤਿਗੁਰ ਤੋਂ ਬਿਨਾਂ ਜੀਵਨ ਸਫਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ। ਕਹੋ ਕਿ ਕਬੀਰ ਸਮਝਾਈ, ਕਬੀਰ ਇਸ ਗੱਲ ਨੂੰ ਸਮਝਾ ਕੇ ਇਹ ਦੱਸ ਰਿਹਾ ਹੈ। ਪ੍ਰਹਿਲਾਦ ਪਠਾਏ ਪੜਨਸਾਲ, ਪ੍ਰਹਿਲਾਦ ਨੂੰ ਉਸਦੇ ਪਿਓ ਹਰਨਾਕਸ਼ ਨੇ ਪਾਠਸ਼ਾਲਾ ਵਿੱਚ ਪੜ੍ਹਨ ਘੱਲਿਆ। ਸੰਗ ਸਖਾ ਬੋਲੀਏ ਬਾਲ, ਪ੍ਰਹਿਲਾਦ ਨੇ ਆਪਣੇ ਨਾਲ ਕਈ ਬਾਲਕ ਸਾਥੀ ਲੈ ਲਏ। ਮੋਹ ਕੋ ਕਹਾਂ ਪੜ੍ਹਾਵਸ ਆਲ ਜਾਲ, ਜਦੋਂ ਪਾਂਧਾ ਕੁਝ ਹੋਰ ਉਲਟ ਪੁਲਟ ਪੜ੍ਹਾਉਣ ਲੱਗਾ ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ, ਮੈਨੂੰ ਊਲ ਜਲੂਲ ਕਿਉਂ ਪੜ੍ਹਾਉਂਦਾ ਹੈ। ਮੇਰੀ ਪਟੀਆ ਲਿਖ ਦੇਹੋ ਸ੍ਰੀ ਗੋਪਾਲ, ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ਸ੍ਰੀ ਗੋਪਾਲ ਲਿਖ ਦੇ। ਨਹੀਂ ਛੋਡੂ ਰੇ ਬਾਬਾ ਰਾਮ ਨਾਮ, ਇਹ ਬਾਬਾ ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ। ਮੇਰੋ ਔਰ ਪੜ੍ਹਨ ਸੋ ਨਹੀਂ ਕਾਮ, ਰਹਾਓ ਨਾਮ ਤੋਂ ਬਿਨਾਂ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ। ਸੰਡੇ ਮਰ ਕੇ ਕਿਹੋ ਜਾਏ, ਪ੍ਰਹਿਲਾਦ ਦੇ ਅਧਿਆਪਕਾਂ ਸੰਡੇ ਮਰ ਕੇ ਅਮਰਕ ਨੇ ਜਾ ਕੇ ਹਰਨਾਕਸ਼ ਨੂੰ ਇਹ ਗੱਲ ਕਹਿ ਦਿੱਤੀ। ਪ੍ਰਹਿਲਾਦ ਬੁਲਾਏ ਵੇਗ ਧਾਏ, ਉਸਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ। ਤੂੰ ਰਾਮ ਕਹਿਣ ਕੀ ਛੋੜ ਬਾਣ, ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ, ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇ। ਤੁਝ ਤੁਰਤ ਛੁਡਾਹੂੰ ਮੇਰੋ ਕਿਹੋ ਮਾਨ, ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰੰਤ ਛੁਡਾ ਲਵਾਂਗਾ। ਮੋਹ ਕੋ ਕਹਾਂ ਸਤਾਵੋ ਵਾਰ ਵਾਰ, ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ। ਪਰਬ ਜਲ ਥਲ ਗਿਰ ਕੀਏ ਪਹਾੜ, ਜਿਸ ਪ੍ਰਭੂ ਨੇ ਪਾਣੀ ਧਰਤੀ ਪਹਾੜ ਆਦਿ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ। ਇੱਕ ਰਾਮ ਨਾ ਛੋਡੂ
ਗੁਰੈਗਾਰ ਉਸ ਨੂੰ ਛੱਡਿਆਂ ਮੇਰੇ ਗੁਰੂ ਨੂੰ ਗਾਲ ਲੱਗਦੀ ਹੈ, ਭਾਵ ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ। ਮੋਹ ਕੋ ਘਾਲ ਯਾਰ ਭਾਵੇਂ ਮਾਰ ਡਾਰ, ਮੈਨੂੰ ਚਾਹੇ ਸਾੜ ਵੀ ਦੇ ਚਾਹੇ ਮਾਰ ਦੇ, ਪਰ ਨਾਮ ਨਹੀਂ ਛੱਡਾਂਗਾ। ਕਾੜ ਖੜੰਗ ਕੋ ਪਿਓ ਰਿਸਾਏ, ਰਾਖਸ਼ ਖਿੱਚ ਕੇ ਕ੍ਰੋਧ ਵਿੱਚ ਆਇਆ ਤੇ ਤਲਵਾਰ ਮੈਨੂੰ ਕੱਢ ਕੇ ਆਖਣ ਲੱਗਾ, ਤੁਝ ਰੱਖਣ ਹਾਰੋ ਮੋਹੇ ਬਤਾਏ, ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ। ਪਰਬ ਥੰਬ ਤੇ ਨਿਕਸੇ ਕੈ ਵਿਸਥਾਰ, ਪ੍ਰਭੂ ਭਿਆਨਕ ਰੂਪ ਧਾਰ ਕੇ ਥੰਬ ਵਿੱਚੋਂ ਨਿਕਲ ਆਇਆ। ਹਰਨਾਕ ਛੇਦਿਓ ਨਖ ਵਿਦਾਰ, ਤੇ ਉਸਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਕਸ਼ ਨੂੰ ਮਾਰ ਦਿੱਤਾ। ਹੋਏ ਪਰਮ ਪੁਰਖ ਦੇਵਾਦ ਦੇਵ, ਪ੍ਰਭੂ ਜੀ ਪਰਮ ਪੁਰਖ ਹਨ, ਦੇਵਤਿਆਂ ਦੇ ਵੀ ਦੇਵਤਾ ਹਨ। ਭਗਤ ਹੇਤ ਨਰਸਿੰਘ ਭੇਵ, ਪ੍ਰਹਲਾਦ ਦੀ ਭਗਤੀ ਨਾਲ ਪਿਆਰ ਕਰਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ। ਕਹੇ ਕਬੀਰ ਕੋ ਲਖੇ ਨਾ ਪਾਰ, ਕਬੀਰ ਆਖਦਾ ਹੈ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ। ਪ੍ਰਹਲਾਦ ਉਧਾਰੇ ਅਨੇਕ ਵਾਰ, ਜਿਸ ਨੇ ਪ੍ਰਹਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ। ਇਸ ਤਨ ਮਨ ਮਦੇ ਮਦਨ ਚੋਰ, ਮੇਰੀ ਚੰਚਲ ਬੁੱਧ ਦੇ ਕਾਰਨ ਹੁਣ ਮੇਰੇ ਇਸ ਮਨ ਤਨ ਵਿੱਚ ਕਾਮਦੇਵ ਚੋਰ ਆ ਵਸਿਆ ਹੈ। ਜਿਨ ਗਿਆਨ ਰਤਨ ਹਿਰਲੀਨ ਮੋਰ, ਜਿਸਨੇ ਗਿਆਨ ਰੂਪ ਮੇਰਾ ਰਤਨ ਮੇਰੇ ਅੰਦਰੋਂ ਚੁਰਾ ਲਿਆ ਹੈ, ਭਾਵ ਜਿਸਨੇ ਮੇਰੀ ਸਮਝ ਵਿਗਾੜ ਦਿੱਤੀ ਹੈ। ਮੈਂ ਅਨਾਥ ਪਰਬ ਕਾਹੂੰ ਕਾਹੇ, ਹੇ ਪ੍ਰਭੂ ਮੈਂ ਬੜਾ ਅਜਿਜ਼ ਹੋ ਗਿਆ ਹਾਂ, ਆਪਣਾ ਦੁੱਖ ਤੈਥੋਂ ਬਿਨਾਂ ਹੋਰ ਕਿਸ ਨੂੰ ਦੱਸਾਂ। ਕੋ ਨਾ ਵਗੂਤੋ ਮੈਂ ਕੋ ਆਹੇ, ਇਸ ਕਾਮਨ ਦੇ ਹੱਥੋਂ ਕੌਣ ਕੌਣ ਖੁਆਰ ਨਹੀਂ ਹੋਇਆ, ਮੇਰੀ ਗਰੀਬ ਦੀ ਕੀ ਪਾਇਆ ਹੈ। ਮਾਧੋ ਦਰੁਨ ਦੁੱਖ ਸਿਹੋ ਨਾ ਜਾਏ, ਹੇ ਮੇਰੇ ਮਾਧੋ ਆਪਣੀ ਚੰਚਲਤਾ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ। ਮੇਰੋ ਚਪਲ ਬੁੱਧ ਸਿਉ ਕਹਾਂ ਵਸਾਏ, ਮਾਧੋ ਦਾਰੁਨ ਦੁੱਖ ਸਿਹੋ ਨਾ ਜਾਏ, ਇਹ ਡਾਢਾ ਭਿਆਨਕ ਦੁੱਖ ਹੁਣ ਮੈਥੋਂ ਸਹਾਰਿਆ ਨਹੀਂ ਜਾਂਦਾ। ਰਹਾਓ ਸ਼ੰਕਰ ਸਨਕੰਦਨ ਸਨਕ ਸਨੰਦਨ ਸਿਵ ਸੁਕਾਏ ਸੁਕਾਦ, ਸਨਕ ਸਨੰਦਨ ਸਿਵ ਸੁਖਦੇਵ ਵਰਗੇ ਵੱਡੇ ਵੱਡੇ ਰਿਸ਼ੀ ਤਪੀ, ਨਾਮ ਕਮਲ ਜਾਨੇ ਬ੍ਰਹਮਾਦ, ਕਮਲੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ, ਕਬ ਜਨ ਜੋਗੀ ਜਟਾਧਾਰ, ਕਵੀ ਲੋਕ ਜੋਗੀ ਤੇ ਜਟਾਧਾਰੀ ਸਾਧੂ ਸਭ ਆਪਣੇ ਅਵਸਰ ਚੱਲੇ ਸਾਰ, ਇਹ ਸਭ ਕਾਮ ਤੋਂ ਲੜਦੇ ਲੜਦੇ ਆਪੋ ਆਪਣੇ ਵੇਲੇ ਦਿਨ ਕਟੀ ਕਰਕੇ ਚਲੇ ਗਏ। ਤੂੰ ਅਥਾਹੋ ਮੋਹੇ ਥਾਹ ਨਾਹੀਂ, ਹੇ ਭਾਈ ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਦੀ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ। ਇਹ ਸੁੱਖਾਂ ਦੇ ਸਾਗਰ ਪ੍ਰਭੂ ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈ, ਮੈਂ ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ ਥਾਹ ਨਹੀਂ ਪਾ ਸਕਦਾ। ਪ੍ਰਭ ਦੀਨਾਨਾਥ ਦੁੱਖ ਕਾਹੂੰ ਕਾਹੇ, ਹੇ ਦੀਨਾਨਾਥ ਪ੍ਰਭੂ ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ। ਮੋਰੋ ਜਨਮ ਮਰਨ ਦੁੱਖ ਆਥ ਧੀਰ, ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ। ਸੁਖ ਸਾਗਰ ਗੁਣ ਰਉ ਕਬੀਰ, ਤਾਂ ਜੋ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ। ਨਾਇਕ ਏਕ ਬੰਜਾਰੇ ਪਾਂਚ, ਜੀ ਮਨ ਇੱਕ ਸ਼ਾਹ ਹੈ, ਪੰਜ ਗਿਆਨ ਇੰਦਰੀ ਇਸ ਸ਼ਾਹ ਦੇ ਨਾਲ ਬੰਜਾਰੇ ਹਨ। ਵਰਦ 25 ਸੰਗ ਕਾਚ, ਪੰਜੀ ਪ੍ਰਕਿਰਤੀਆਂ ਕਾਫਲੇ ਦੇ ਬਲਦ ਹਨ, ਪਰ ਇਹ ਸਾਰਾ ਸਾਥ ਕੱਚਾ ਹੀ ਹੈ। 9 ਵਹੀਆਂ 10 ਗੌਣ ਆਹੇ, 9 ਗੋਲਕਾਂ ਮਾਨੋ ਚੁਆੜੀਆਂ ਹਨ, 10 ਗੌਣ ਆਹੇ 10 ਇੰਦਰੀ ਛਟਾਂ ਹਨ। ਕਸਨ 72 ਲਾਗੀ ਤਾਹੇ, 72 ਨਾਲੀਆਂ ਛਟਾਂ ਸਿਉਣ ਲਈ ਸੇਬੇ ਹਨ।
ਜੋ ਇਹਨਾਂ ਇੰਦਰੀ ਰੂਪ ਛਟਾਂ ਨੂੰ ਲੱਗੀਆਂ ਹੋਈਆਂ ਹਨ। ਮੋਹੇ ਐਸੇ ਬਣਜ ਸਿਉ ਨਹੀਨ ਕਾਜ, ਨਹੀਨ ਕਾਜ, ਮੈਨੂੰ ਅਜਿਹਾ ਬਣਜ ਕਰਨ ਦੀ ਲੋੜ ਨਹੀਂ। ਜਹ ਘਟ ਮੂਲ ਨਿਤ, ਜਹਾਂ ਘਟੈ ਮੂਲ ਨਿਤ ਬੜੈ ਵਿਆਜ ਰਹਾਉ। ਜਿਸ ਬਣਜ ਦੇ ਕੀਤੇ ਮੂਲ ਘਟਦਾ ਜਾਏ ਅਤੇ ਵਿਆਜ ਵੱਧਦਾ ਜਾਏ, ਭਾਵ ਜਿਉਂ ਜਿਉਂ ਉਮਰ ਗੁਜ਼ਰੇ ਤਿਉਂ ਤਿਉਂ ਵਿਕਾਰਾਂ ਦਾ ਭਾਰ ਵਧੀ ਜਾਏ। ਸਾਤ ਸੂਤ ਮਿਲ ਵਣਜ ਕੀਨ, ਇਹ ਗਿਆਨ ਇੰਦਰੀ ਮਿਲ ਕੇ ਕਈ ਕਿਸਮਾਂ ਦੇ ਸੂਤਰ ਭਾਵ ਵਿਕਾਰਾਂ ਦੇ ਵਣਜ ਕਰ ਰਹੇ ਹਨ। ਕਰਮ ਭਾਵਨੀ ਸੰਗਲੀਨ, ਕੀਤੇ ਕਰਮਾਂ ਦੇ ਸੰਸਕਾਰਾਂ ਨੂੰ ਇਹਨਾਂ ਆਪਣੀ ਸਹਾਇਤਾ ਵਾਸਤੇ ਨਾਲ ਲਿਆ ਹੈ, ਭਾਵ ਇਹ ਪਿਛਲੇ ਸੰਸਕਾਰ ਹੋਰ ਵਿਕਾਰਾਂ ਵੱਲ ਪ੍ਰੇਰਦੇ ਜਾ ਰਹੇ ਹਨ। ਤੀਨ ਜਗਾਤੀ ਕਰਤਰਾਰ, ਤਿੰਨ ਗੁਣ ਰੂਪ ਵਸੂਲੀਏ ਹੋਰ ਝਗੜਾ ਵਧਾਉਂਦੇ ਹਨ। ਚਲੋ ਵਣਜਾਰਾ ਹਾਥ ਝਾਰ, ਨਤੀਜਾ ਇਹ ਨਿਕਲਦਾ ਹੈ ਕਿ ਵਣਜਾਰਾ ਜੀਵ ਖਾਲੀ ਹੱਥ ਤੁਰ ਪੈਂਦਾ ਹੈ। ਪੂੰਜੀ ਹੈਰਾਨੀ ਵਣਜ ਟੂਟ, ਜਦੋਂ ਸਵਾਸਾਂ ਦੀ ਰਾਸ ਪੂੰਜੀ ਖੁੱਸ ਜਾਂਦੀ ਹੈ। ਪੂੰਜੀ ਹੈਰਾਨੀ ਵਣਜ ਟੂਟ, ਜਦੋਂ ਵਣਜ ਮੁੱਕ ਜਾਂਦਾ ਹੈ। ਦਹਿ ਦਿਸ ਟਾਂਡੋ ਗੇਹੋ ਫੂਟ, ਤੇ ਕਾਫਲਾ ਸਰੀਰ ਦਸੀ ਪਾਸੀ ਖਿਲਰ ਜਾਂਦਾ ਹੈ। ਕਹਿ ਕਬੀਰ ਮਨ ਸਰਸੀ ਕਾਜ, ਕਬੀਰ ਆਖਦਾ ਹੈ ਮਨ ਤੇਰਾ ਕੰਮ ਤਾਂ ਹੀ ਸਵਰੇਗਾ। ਸਹਿਜ ਸਮਾਨੋ ਤਾਂ ਭਰਮ ਭਾਜ, ਜੇ ਤੂੰ ਸਹਿਜ ਅਵਸਥਾ ਵਿੱਚ ਲੀਨ ਹੋ ਜਾਏ ਤਾਂ ਅਤੇ ਤੇਰੀ ਭਟਕਣਾ ਮੁੱਕ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।